ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਅੱਜ ਆਪਾਂ ਅਸ਼ਟਪਦੀ 18ਵੀਂ ਤੇ ਪਦ ਪਹਿਲਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਚਾਰ ਜਾ ਰਹੇ ਹਾਂ। ਜਿਵੇਂ ਅਕਸਰ ਬੇਨਤੀ ਕਰਦੇ ਹਾਂ ਕਿ ਇਸ ਧਰਤੀ ਉੱਤੇ ਕੋਈ ਇੰਨਾ ਸਿਆਣਾ ਇਨਸਾਨ ਨਹੀਂ ਹੈ, ਇੰਨਾ ਵਿਵੇਕ ਬੁੱਧ ਵਾਲਾ ਨਹੀਂ ਹੈ ਜਿਹੜਾ ਗੁਰੂ ਸਾਹਿਬਾਨ ਦੀਆਂ ਰਮਜ਼ਾਂ ਨੂੰ ਪੂਰੀ ਤਰ੍ਹਾਂ ਸਮਝ ਸਕੇ। ਜਿੰਨੀ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ ਓਨਾ ਹੀ ਪ੍ਰਾਣੀ ਵਿਚਾਰ ਕਰ ਸਕਦਾ ਹੈ, ਬੋਲ ਸਕਦਾ ਹੈ, ਸੁਣ ਸਕਦਾ ਹੈ। ਧੰਨ ਧੰਨ ਗੁਰੂ ਅਰਜਨ ਦੇਵ ਜੀ ਨੇ ਸੁਖਮਣੀ ਸਾਹਿਬ ਦੇ ਵਿੱਚ ਪ੍ਰਾਣੀ ਨੂੰ ਪ੍ਰਭੂ ਦੇ ਨਾਲ ਜੋੜਨ ਦੀ ਵਿਧੀ ਸਮਝਾਈ ਹੈ। ਬੜੇ ਸੌਖੇ ਤਰੀਕੇ ਦੇ ਨਾਲ, ਬੜੇ ਪਿਆਰੇ ਮਿੱਠੇ ਤਰੀਕੇ ਦੇ ਨਾਲ। ਇੱਕ ਪਾਸੇ ਚੱਲਣਹਾਰ ਹੈ, ਦੂਜੇ ਪਾਸੇ ਆ ਢਲ ਹੈ। ਹਮੇਸ਼ਾ ਤੇ ਬਦਲ ਦੋਨਾਂ ਨੂੰ ਜੋੜਨ ਦੇ ਲਈ ਸੱਚੇ ਪਾਤਸ਼ਾਹ ਨੇ ਮਿਹਰ ਅਪਾਰ ਕੀਤੀ ਹੈ। 24,000 ਅੱਖਰਾਂ ਦੀ ਵਰਤੋਂ, ਇੱਕ ਅਸ਼ਟਪਦੀ ਦੇ 8 ਭਾਗ 8 ਪਦ, ਇੱਕ ਅਸ਼ਟਪਦੀ ਦੇ 1000 ਅੱਖਰ, ਦੂਸਰੇ ਪਾਸੇ ਦਿਨ ਤੇ ਰਾਤ। ਦਿਨ ਤੇ ਰਾਤ ਦੇ ਵਿੱਚ 24 ਘੰਟੇ, 8 ਪਹਿਰ। ਇੱਕ ਘੰਟੇ ਦੇ ਵਿੱਚ ਪ੍ਰਾਣੀ ਨੂੰ 1000 ਸਵਾਸਾਂ ਦੀ ਬਖਸ਼ਿਸ਼। ਸੱਚੇ ਪਾਤਸ਼ਾਹ ਪ੍ਰਾਣੀ ਨੂੰ ਇਸ ਜ਼ਿਲਨ 'ਚੋਂ ਕੱਢਣਾ ਚਾਹੁੰਦੇ ਹਨ। ਬਖਸ਼ੰਦ ਪਿਤਾ ਤਰੀਕਾ ਦੱਸ ਰਹੇ ਹਨ ਕਿ ਇਹ ਜਨਮ ਮਰਨ ਦੇ ਬੰਧਨ ਕਿਸ ਤਰ੍ਹਾਂ ਕੱਟੇ ਜਾ ਸਕਦੇ ਹਨ। ਉਹਦੀ ਅਪਾਰ ਕਿਰਪਾ ਦੇ ਨਾਲ, ਪ੍ਰਭੂ ਦੀ ਬਖਸ਼ਿਸ਼ ਦੇ ਨਾਲ। ਪ੍ਰਾਣੀ ਤੂੰ ਇੱਕ ਛੋਟੇ ਬਾਲ ਦੀ ਤਰ੍ਹਾਂ ਸੁਭਾਅ ਬਣਾ ਲੈ, ਰੱਟ ਲਗਾ ਲੈ। ਹਰ ਸਵਾਸ ਦੇ ਨਾਲ ਵਾਹਿਗੁਰੂ 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 ਧਿਆਨ ਹੈ। ਇਹ ਤੇਰਾ ਪਰਮ ਮੋਕਸ਼ ਹੈ, ਇਹ ਤੇਰਾ ਮਿਸ਼ਨ ਹੈ, ਇਹੀ ਤੇਰਾ ਅਸਲੀ ਘਰ ਹੈ। ਪ੍ਰਭੂ ਦਿਆਲੂ ਕਿਰਪਾਲੂ ਹਰ ਕਿਸੇ ਨੂੰ ਸਮਾਨ ਪਿਆਰ ਕਰਦਾ ਹੈ। ਜਦ ਉਹਦੀ ਨਜ਼ਰ ਭੋਲਿਆਂ ਉੱਤੇ ਜਾਂਦੀ ਹੈ, ਜਿਹੜੇ ਜਿੱਦੀ ਹਨ, ਉਹਦਾ ਨਾਮ ਰਟਣ ਦੇ ਲਈ, ਫਿਰ ਡੁੱਲ ਜਾਂਦਾ ਹੈ, ਡੁੱਲ ਜਾਂਦਾ ਹੈ ਤੇ ਡੁੱਲ ਜਾਂਦਾ ਹੈ, ਨਿਹਾਲ ਹੋ ਜਾਂਦਾ ਹੈ। ਇਹ ਸਮਾਂ ਪਿਆਰਿਆ ਅਜਾਈ ਨਾ ਗਵਾ। ਹਰ ਪਲ ਹਰ ਛਿਨ ਉਹਨੂੰ ਧਿਆ ਤੇ ਉਹਦੀ ਕਿਰਪਾ ਦੇ ਨਾਲ ਉਹਨੂੰ ਪਾ। ਸੱਚੇ ਪਾਤਸ਼ਾਹ ਨੇ ਹਰ ਅਸ਼ਟਪਦੀ ਦੇ ਅੱਗੇ ਸ਼ਲੋਕ ਦੀ ਕਿਰਪਾ ਕੀਤੀ ਹੈ, ਮਿਹਰ ਕੀਤੀ ਹੈ। ਪ੍ਰਭੂ ਦੀ ਮਹਿਮਾ ਉਸਤਤ ਗਾਇਨ ਕੀਤੀ ਹੈ। 3 ਪ੍ਰਮੁੱਖ ਵਿਸ਼ੇ ਸੱਚੇ ਪਾਤਸ਼ਾਹ ਨੇ ਬਖਸ਼ੇ ਹਨ। ਪਹਿਲਾ ਵਿਸ਼ਾ ਸੁਖਮਣੀ ਸਾਹਿਬ ਦੇ ਵਿੱਚ ਬੇਅੰਤ ਉਸਤਤ, ਬਹੁਤ ਹੀ ਸਿਫਤ, ਬਹੁਤ ਹੀ ਪਿਆਰਾ ਗਾਇਨ ਕੀਤਾ ਹੈ ਸ਼ਬਦ ਦਾ, ਪਿਆਰੇ ਦੀ ਮਹਿਮਾ ਦਾ, ਵੱਡੇ ਦੀ ਵਡਿਆਈ ਦਾ। ਫਿਰ ਉਹਦੇ ਭਗਤ ਜਨ ਜਿਹੜੇ ਉਹਨੂੰ ਧਿਆਉਂਦੇ ਨੇ, ਉਹ ਮਹਾਂ ਭਾਗਾਂ ਵਾਲੇ ਹਨ ਜਿਹੜੇ ਉਹਦੇ ਬਣ ਜਾਂਦੇ ਹਨ।
ਸੱਚੇ ਪਾਤਸ਼ਾਹ ਨੇ ਬੇਅੰਤ ਉਸਤਤ ਗਾਇਨ ਕੀਤੀ ਹੈ ਉਹਨਾਂ ਭਗਤਾਂ ਦੀ। ਫਿਰ ਜਿਹੜੇ ਨਿੰਦਕ ਹਨ, ਸੰਤ ਕੇ ਦੋਖੀ ਹਨ, ਉਹਨਾਂ ਦਾ ਵਰਣਨ ਕੀਤਾ ਹੈ ਕਿ ਉਹਨਾਂ ਨੂੰ ਸਜ਼ਾ ਮਿਲੀ ਹੈ ਮਾਇਆ ਵੱਲੋਂ। ਪ੍ਰਭੂ ਕਿਸੇ ਨੂੰ ਸਜ਼ਾ ਨਹੀਂ ਦਿੰਦਾ, ਸਿਰਫ ਤੇ ਸਿਰਫ ਬਖਸ਼ਦਾ ਹੈ। ਉਹਦੀ ਕਚਹਿਰੀ, ਉਹਦਾ ਕੋਰਟ ਮਾਫੀ ਉੱਤੇ ਆਧਾਰਿਤ ਹੈ। ਹਰ ਕੋਈ ਉੱਥੋਂ ਆਜ਼ਾਦ ਹੁੰਦਾ ਹੈ ਉਹਦੀ ਮਾਫੀ ਲੈ ਕੇ। ਦੁਨਿਆਵੀ ਕਚਹਿਰੀਆਂ, ਦੁਨਿਆਵੀ ਕੋਰਟਾਂ ਸਜ਼ਾ 'ਤੇ ਆਧਾਰਿਤ ਹਨ, ਕਿਉਂਕਿ ਜਿੰਨੇ ਵੀ ਗੁਨਾਹ ਹੁੰਦੇ ਹਨ ਉਹ ਪਦਾਰਥ ਦੇ ਲਈ ਹੀ ਹੁੰਦੇ ਹਨ। ਪ੍ਰਭੂ ਦਾ ਕੋਈ ਵੀ ਗੁਨਾਹ ਪਦਾਰਥ ਦੇ ਵਿੱਚ ਗਿਣਿਆ ਹੀ ਨਹੀਂ ਜਾਂਦਾ। ਉੱਥੇ ਸਿਰਫ ਮਨ, ਮੁਖ ਤੇ ਗੁਰਮੁਖ ਦੀ ਸੋਚ ਦੀ ਦਰਿਆਪਤ ਹੁੰਦੀ ਹੈ। ਗੁਰਮੁਖ ਜਿੱਤ ਜਾਂਦੇ ਹਨ, ਮਨਮੁਖ ਹਾਰ ਜਾਂਦੇ ਹਨ। ਸੱਚਾ ਪ੍ਰਭੂ, ਸੱਚਾ ਉਹਦਾ ਕੋਰਟ, ਕਚਹਿਰੀ, ਦਰਗਾਹ। ਝੂਠੀ ਮਾਇਆ, ਝੂਠਾ ਕੋਰਟ, ਪਦਾਰਥ ਦੇ ਝਗੜੇ, ਸਰੀਰਕ ਸਜ਼ਾਵਾਂ, ਬੜਾ ਅੰਤਰ ਹੈ। ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ 18ਵੀਂ ਅਸ਼ਟਪਦੀ ਦੇ ਪਹਿਲੇ ਪਦ ਤੋਂ ਪਹਿਲਾ ਸ਼ਲੋਕ ਸੱਚੇ ਪਾਤਸ਼ਾਹ ਅਪਾਰ ਕਿਰਪਾ ਕਰਦੇ ਹਨ। ਸ਼ਲੋਕ: ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕਰਕੇ ਸਾਨੂੰ ਸਮਝਾਇਆ ਹੈ ਕਿ ਜਿਹੜੇ ਪ੍ਰੇਮੀ ਨੇ ਦਿਨ ਰਾਤ ਇੱਕ ਕਰਕੇ ਆਪਣੀਆਂ ਸਾਰੀਆਂ ਜ਼ਰੂਰਤਾਂ ਇੱਕ ਪਾਸੇ ਛੱਡ ਕੇ ਆਪਣੇ ਮਨ ਦੀ ਜ਼ਰੂਰਤ ਦਾ ਧਿਆਨ ਕੀਤਾ ਹੈ, ਆਪਣੀ ਆਤਮਾ ਦੇ ਭੋਜਨ ਦਾ ਖਿਆਲ ਕੀਤਾ ਹੈ, ਦਿਨ ਰਾਤ ਉਹਨੂੰ ਧਿਆਇਆ ਹੈ, ਸਵਾਸ ਸਵਾਸ, ਉਹਨੇ ਆਪਣੀ ਇੰਟਰੋਡਕਸ਼ਨ ਅਨੁਭਵ ਪੂਰਾ ਕਰ ਲਿਆ ਹੈ। ਉਹਨੂੰ ਪਤਾ ਚੱਲ ਗਿਆ ਹੈ ਕਿ ਸੱਚੇ ਦਾ ਨਾਂ ਸੱਚਾ ਹੈ ਤੇ ਉਹ ਸਤਿਪੁਰਖ ਹੈ। ਦਰਅਸਲ ਮੇਲ ਇੱਕੋ ਹੀ ਹੈ। ਜਿਹੜਾ ਸੱਚਾ ਹੈ, ਸਤਿਗੁਰੂ ਉਹਦਾ ਨਾਮ ਹੈ, ਸ੍ਰੇਸ਼ਟ ਹੈ। ਕੰਮ ਵੀ ਸੁਆਮੀ ਦੇ ਸੱਚੇ ਤੇ ਨਾਮ ਵੀ ਸੱਚਾ। ਹਾਊ ਵੰਡਰਫੁਲ ਇੰਟਰੋਡਕਸ਼ਨ ਆਫ ਗॉड। ਪ੍ਰਭੂ ਦੀ ਜਾਣਕਾਰੀ ਕਿੰਨੀ ਮਹਾਨ ਹੈ। ਤਿਸ ਕੈ ਸੰਗ ਸਿੱਖ ਉਧਰੈ, ਨਾਨਕ ਹਰਿ ਗੁਣ ਗਾਓ। ਉਧਰੈ ਛੜੱਪੇ ਮਾਰ ਮਾਰ ਕੇ ਪ੍ਰਸੰਨ ਹੋਣਾ, ਟੱਪਣਾ, ਨੱਚਣਾ। ਜਦੋਂ ਸਰੀਰ ਤੋਂ ਐਨਰਜੀ ਸਾਂਭੀ ਨਹੀਂ ਜਾਂਦੀ ਤਾਂ ਬੌਡੀ ਝਰਨਾਟ ਦੇ ਵਿੱਚ ਕੁੱਦਦੀ ਹੈ। ਜਦੋਂ ਵਾਹਿਗੁਰੂ ਦਾ ਜਸ ਗਾਇਨ ਕਰਦਾ ਹੈ ਉਹਦਾ ਸਿੱਖ ਪਿਆਰਾ, ਤਾਂ ਅਨਲਿਮਟਿਡ ਐਨਰਜੀ ਪੈਦਾ ਹੁੰਦੀ ਹੈ।
ਉਸ ਬੇਸ਼ੁਮਾਰ ਸ਼ਕਤੀ ਨੂੰ ਸਾਂਭਣ ਤੋਂ ਪਹਿਲਾਂ ਹੀ ਉਹ ਉਧਰ ਜਾਂਦੀ ਹੈ, ਬੇਸ਼ੁਮਾਰੀ ਨਾਲ ਬਾਡੀ ਨੂੰ ਝੂਮਣ ਲਾ ਦਿੰਦੀ ਹੈ। ਇਹ ਸੰਭਵ ਤਦ ਹੀ ਹੈ ਜਦੋਂ ਪ੍ਰਾਣੀ ਆਪਣੀ ਰਸਨਾ ਦੇ ਨਾਲ ਉਹਦਾ ਗੀਤ ਗਾਉਂਦਾ ਹੈ, ਪ੍ਰਭੂ ਨੂੰ ਧਿਆਉਂਦਾ ਹੈ ਤੇ ਹਰੀ ਨੂੰ ਪਾਉਂਦਾ ਹੈ। ਇਹ ਸੁਮੇਲ ਮਹਾਨ ਹੈ, ਦਾਤੇ ਦਾ ਤੇ ਉਹਦੇ ਭਿਖਾਰੀ ਦਾ, ਪ੍ਰਭੂ ਦਾ ਤੇ ਉਹਦੇ ਪ੍ਰਾਣੀ ਦਾ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਕੋ ਗੁਰ ਸਦਾ ਦਿਆਲ। ਸੇਵਾ ਕਿਸੇ ਪ੍ਰਤੀ ਕਮਲੇ ਹੋ ਜਾਣਾ, ਬੌਰੇ ਹੋ ਜਾਣਾ, ਦੀਵਾਨੇ ਹੋ ਜਾਣਾ, ਮਸਤਾਨੇ ਹੋ ਜਾਣਾ, ਫਿਰ ਦਿਨ ਰਾਤ ਨਾ ਦੇਖਣਾ, ਉਹਦੀ ਸੇਵਾ ਦੇ ਵਿੱਚ ਜੁਟ ਜਾਣਾ। ਕੀ ਇਹਨੂੰ ਪਾਗਲਪਣ ਕਹੋਗੇ ਜਾਂ ਪਿਆਰ? ਮਨ 'ਚੋਂ ਉਪਜੀ ਹੋਈ ਸ਼ਰਧਾ ਦਾ ਕੋਈ ਗਿਣ-ਮਿਣ ਨਹੀਂ ਕਰ ਸਕਦਾ। ਬੇਸ਼ੁਮਾਰੀ ਬੇਅਸਾਬ ਨਾਲ ਚੱਲਣ ਵਾਲੀ ਕਿਰਿਆ ਹੈ। ਜਦੋਂ ਜਨ ਗੁਰੂ ਦੀ ਸੇਵਾ ਕਰਦਾ ਹੈ, ਅਕਾਲ ਪੁਰਖ ਦੀ ਆਰਾਧਨਾ ਕਰਦਾ ਹੈ, ਤਾਂ ਉਹ ਮਿਹਰਬਾਨ ਹੁੰਦਾ ਹੈ, ਦਿਆਲ ਹੁੰਦਾ ਹੈ। ਮਿਸਾਲ ਵਜੋਂ ਜੇ ਸਾਡੇ ਘਰ ਦੇ ਵਿੱਚ ਕੋਈ ਪ੍ਰਾਣੀ ਨੌਕਰੀ ਕਰਦਾ ਹੈ, ਕਿਸੇ ਵੀ ਤਰ੍ਹਾਂ ਦੀ ਨੌਕਰੀ, ਤੇ ਉਹ ਹਾਂ ਦੇ ਵਿੱਚ ਜਵਾਬ ਦਿੰਦਾ ਹੈ, ਕਿਸੇ ਵੀ ਘਰ ਦੇ ਮੈਂਬਰ ਨੂੰ ਨਾਰਾਜ਼ ਨਹੀਂ ਕਰਦਾ, ਬੁੱਢੇ ਤੋਂ ਬੱਚੇ ਤੱਕ ਧਿਆਨ ਰੱਖਦਾ ਹੈ, ਅੱਗੇ ਹੋ ਕੇ ਹਰ ਕਿਸੇ ਦੀ ਸੇਵਾ ਕਰਦਾ ਹੈ, ਤੇ ਉਹ ਸਾਰਿਆਂ ਦੇ ਵਿੱਚ ਉਹਦਾ ਰੁਤਬਾ ਉੱਚਾ ਹੋ ਜਾਂਦਾ ਹੈ, ਭਾਵੇਂ ਘਰ ਦਾ ਨੌਕਰ ਹੀ ਹੈ। ਹਰ ਕੋਈ ਸਲਾਹੁੰਦਾ ਹੈ। ਜਦੋਂ ਗੁਰੂ ਦਾ ਸੇਵਕ ਪੱਕੀ ਭਾਵਨਾ ਦੇ ਨਾਲ ਇੱਕ ਨੂੰ ਧਿਆਉਂਦਾ ਹੈ, ਮਿੱਠਾ ਬੋਲ ਕੇ ਉਹਦੇ ਸ਼ਬਦ ਗਾਉਂਦਾ ਹੈ, ਤਾਂ ਪ੍ਰਭੂ ਦਿਆਲ ਹੋ ਕੇ ਟੁੱਟ ਜਾਂਦਾ ਹੈ, ਖਾਲੀ ਨੂੰ ਭਰ ਦਿੰਦਾ ਹੈ, ਪ੍ਰਿਤਪਾਲ ਕਰਦਾ ਆਪਣੇ ਸਿੱਖ ਦੀ, ਪੂਰੇ ਦਾ ਪੂਰਾ ਉਹਨੂੰ ਨਿਹਾਲ ਕਰ ਦਿੰਦਾ ਹੈ। ਭਰਿਆ ਹੋਇਆ ਫਿਰ ਖੜਕਦਾ ਨਹੀਂ, ਇੰਨਾ ਭਰ ਜਾਂਦਾ ਹੈ, ਫਿਰ ਉਹ ਵੰਡਣ ਤੁਰ ਪੈਂਦਾ ਹੈ। ਉਹੀ ਨਾਮ ਜਿਹੜਾ ਪ੍ਰਭੂ ਨੇ ਦਿੱਤਾ ਹੈ ਦਿਆਲ ਹੋ ਕੇ। ਸਿੱਖ ਕੀ ਗੁਰੂ ਦੁਰਮਤ ਮਲ ਹਿਰੈ, ਗੁਰ ਬਚਨੀ ਹਰ ਨਾਮ ਉਚਰੈ। ਗੁਰੂ ਪਿਆਰਿਓ, ਸਰੀਰ ਨੂੰ, ਕੱਪੜਿਆਂ ਨੂੰ ਸਵੇਰ ਤੋਂ ਸ਼ਾਮ ਤੱਕ ਬਾਹਰ ਘੁੰਮਦੇ, ਕੰਮ ਕਰਦੇ, ਮਿੱਟੀ ਘੱਟਾ ਅਕਸਰ ਲੱਗ ਜਾਂਦਾ ਹੈ। ਇਸੇ ਤਰ੍ਹਾਂ ਹੀ ਮਾਇਆ ਦਾ ਤੂਫਾਨ, ਮਾਇਆ ਦਾ ਮੇਲਾ ਹਰ ਕਿਸੇ ਦੇ ਹਿਰਦੇ ਵਿੱਚ ਗੰਦ-ਮੰਦ ਭਰਦਾ ਰਹਿੰਦਾ ਹੈ, ਅਕਲ ਨੂੰ ਗਦਨੀ ਕਰਦਾ ਰਹਿੰਦਾ ਹੈ, ਦੁਰਮਤ ਨੂੰ ਦੁਰਗਤ ਬਣਾ ਦਿੰਦਾ ਹੈ।
ਉਹਨੂੰ ਸਾਬਣ ਨਾਲ ਸਾਫ਼ ਨਹੀਂ ਕੀਤਾ ਜਾ ਸਕਦਾ। ਉਸ ਮਲ ਨੂੰ, ਉਸ ਮੈਲ ਨੂੰ ਪਾਣੀ ਵੀ ਸਾਫ਼ ਨਹੀਂ ਕਰ ਸਕਦਾ। ਉਹਨੂੰ ਸਾਫ਼ ਕਰਨ ਦਾ ਇੱਕੋ ਤਰੀਕਾ ਹੈ, ਮਾਇਆ ਦਾ ਕੰਮ, ਪਦਾਰਥ ਦਾ ਝਗੜਾ, ਮੋਹ ਦਾ ਰੱਟਾ, ਇਹ ਸਾਰਾ ਲਗਾਤਾਰ ਚੱਲਦਾ ਹੀ ਰਹਿੰਦਾ ਹੈ। ਮਨ ਕਦੇ ਟਿਕਦਾ ਹੀ ਨਹੀਂ। ਇੱਕ ਤੋਂ ਬਾਅਦ ਦੂਜਾ ਖਿਆਲ, ਫਿਰ ਤੀਜਾ, ਚੌਥਾ ਆ ਹੀ ਜਾਂਦਾ ਹੈ। ਲਗਭਗ ਲਗਾਤਾਰ। ਸੰਸਾਰੀ ਕਿਵੇਂ ਕੰਟਰੋਲ ਕਰੇ? ਗ੍ਰਹਿਸਤੀ ਦੇ ਬਸ ਵਿੱਚ ਨਹੀਂ। ਮਾਇਆ ਛਲ ਵਾਲੀ ਹੈ, ਬਲ ਵਾਲੀ ਹੈ, ਠੱਗ ਲੈਂਦੀ ਹੈ, ਭੋਲੇ ਦੀ ਜੇਬ ਕੱਟ ਲੈਂਦੀ ਹੈ। ਜੇਬ ਦੇ ਵਿੱਚ ਜਿੱਥੇ ਗੁਰੂ ਦਾ ਨਾਮ ਹੈ, ਉਹਨੂੰ ਚਰਾ ਲੈਂਦੀ ਹੈ, ਉਹਨੂੰ ਮੈਲ ਨਾਲ ਭਰ ਦਿੰਦੀ ਹੈ। ਜਦੋਂ ਪ੍ਰਾਣੀ ਸਰਕਲ ਦੇ ਵਿੱਚੋਂ ਨਿਕਲ ਜਾਂਦਾ ਹੈ, ਸੰਗੀਆਂ ਦੇ ਸੰਗ ਦੇ ਨਾਲ, ਜਿਨ੍ਹਾਂ ਨੇ ਪਾਇਆ ਉਹਨਾਂ ਦੀ ਮਿਹਰ ਦੇ ਨਾਲ, ਮਲੰਗ ਦਰਵੇਸ਼ ਲੋਕ, ਜਨ ਸੇਵਕ, ਜਿਨ੍ਹਾਂ ਨੇ ਪ੍ਰਾਪਤੀ ਕਰ ਲਈ, ਫਿਰ ਉਹ ਵੰਡਦੇ ਹਨ। ਦੇਵ ਨੇਤ ਦੇ ਨਾਲ ਮੌਕਾ ਲੱਗ ਗਿਆ ਸ਼ਰਧਾਵਾਨ ਦਾ, ਤਾਂ ਕਿਰਪਾ ਹੋ ਗਈ, ਉਹਨੂੰ ਪਾ ਲਿਆ। ਫਿਰ ਸਾਰੀ ਦੀ ਸਾਰੀ ਮੈਲ, ਜਿਹੜੀ ਬੜੀ ਭੈੜੀ ਸੀ, ਮਨ ਨੂੰ ਲੱਗੀ ਹੋਈ, ਖੁਰਦੀ ਸ਼ੁਰੂ ਹੋ ਗਈ। ਅੱਜ ਹੋਰ, ਕੱਲ੍ਹ ਹੋਰ, ਸਾਰੀ ਦੀ ਸਾਰੀ ਲੈ ਗਈ। ਨਾਮ ਦੇ ਸਾਬਣ ਦੇ ਨਾਲ, ਗੁਰੂ ਦੇ ਬਚਨਾਂ ਦੇ ਨਾਲ ਕਿਰਪਾ ਅਪਾਰ ਹੋ ਗਈ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰੂ ਕਾ ਸਿੱਖ ਬਕਾਰ ਤੇ ਹਾਟੈ। ਬੰਧਨ, ਹੱਥ ਕੜੀਆਂ। ਜਦੋਂ ਕਚਹਿਰੀ ਦੇ ਵਿੱਚ ਜੱਜ ਸਾਹਿਬਾਨ ਅਪਰਾਧੀ ਨੂੰ ਸਜ਼ਾ ਦਿੰਦੇ ਹਨ, ਤਾਂ ਉੱਥੇ ਦੇ ਕਾਨੂੰਨ ਰੱਖਿਅਕ, ਪੁਲਿਸ ਆਦਿ ਉਹਨਾਂ ਨੂੰ ਹੱਥ ਕੜੀਆਂ ਲਾ ਦਿੰਦੀ ਹੈ ਕਿ ਇਹ ਹੁਣ ਦੌੜ ਨਾ ਸਕਣ। ਜੇਲ੍ਹ ਦੇ ਕਾਨੂੰਨਾਂ ਦੀ ਇਹਨਾਂ ਉੱਤੇ ਲਾਗੂਤਾ ਹੋ ਗਈ ਹੈ। ਇਹ ਚਾਰ ਦੀਵਾਰਾਂ ਦੇ ਅੰਦਰ ਹੀ ਰਹਿਣ। ਇਹਨਾਂ ਦੀ ਆਜ਼ਾਦੀ ਖਤਮ ਹੋ ਚੁੱਕੀ ਹੈ। ਉਹਨਾਂ ਉੱਤੇ ਬੰਧਨ ਲੱਗ ਗਏ, ਜਿਹੜੇ ਕਿ ਘਰ ਦੇ ਵਿੱਚ ਨਹੀਂ ਹੁੰਦੇ। ਘਰ ਦੇ ਵਿੱਚ ਵੀ ਭੋਜਨ ਮਿਲਦਾ ਹੈ, ਘਰ ਦੇ ਵਿੱਚ ਵੀ ਪ੍ਰਾਣੀ ਸੌਂਦਾ ਹੈ, ਪਰ ਆਜ਼ਾਦੀ ਦੇ ਨਾਲ ਜਦੋਂ ਬੰਧਨਾਂ ਦੇ ਵਿੱਚ ਬੰਨ੍ਹਿਆ ਜਾਂਦਾ ਹੈ, ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ, ਫਿਰ ਉਹਦੀ ਮਰਜ਼ੀ ਮੁੱਕ ਜਾਂਦੀ ਹੈ। ਜਦੋਂ ਮਾਇਆ ਪ੍ਰਾਣੀ ਨੂੰ ਕਾਬੂ ਕਰ ਲੈਂਦੀ ਹੈ, ਆਪਣੇ ਸੰਗਲਾਂ ਦੇ ਨਾਲ ਦੂੜ ਲੈਂਦੀ ਹੈ, ਪ੍ਰਾਣੀ ਬੱਕਰੀ ਵਾਂਗੂ ਮੈਂ ਕਰਦਾ ਫਿਰਦਾ ਹੈ। ਹਰ ਕਿਸੇ ਦੀ ਪਦਾਰਥ ਦੀ ਗੱਲ ਸੁਣਦਾ ਹੈ ਤੇ ਪਦਾਰਥ ਦੀ ਗੱਲ ਹੀ ਦੱਸਦਾ ਹੈ। ਚੁੱਪ ਰਹਿਣ ਦੀ ਆਦਤ ਮੁੱਕ ਜਾਂਦੀ ਹੈ। ਬੋਲੀ ਹੀ ਜਾਂਦਾ ਹੈ, ਬੋਲੀ ਹੀ ਜਾਂਦਾ ਹੈ ਬਿਨਾਂ ਮਤਲਬ ਤੋਂ, ਕਿਉਂਕਿ ਉਹ ਕਹਿੰਦੀ ਹੈ। ਸੱਚੇ ਪਾਤਸ਼ਾਹ ਜਦ ਕਿਰਪਾ ਕਰ ਦਿੰਦੇ ਹਨ, ਤਾਂ ਮਾਇਆ ਦੇ ਸਾਰੇ ਸੰਗਲਾਂ ਨੂੰ
ਵੱਢ ਦਿੰਦੇ ਹਨ। ਪ੍ਰਾਣੀ ਆਜ਼ਾਦ ਹੋ ਜਾਂਦਾ ਹੈ। ਪ੍ਰਾਣੀ ਨੇ ਮੋਹ ਕੀਤਾ, ਭਗਤ ਨੇ ਪਿਆਰ ਕੀਤਾ ਪ੍ਰਭੂ ਨੂੰ, ਤੇ ਮਾਇਆ ਪਿੱਛੇ ਰਹਿ ਗਈ। ਸੰਗਲ ਕੱਟੇ ਗਏ, ਆਜ਼ਾਦ ਹੋ ਗਿਆ। ਭੈੜੀਆਂ ਆਦਤਾਂ ਜਿਹੜੀਆਂ ਪਹਿਲਾਂ ਛੁੱਟੀਆਂ ਨਹੀਂ ਸਨ, ਮੁੜ ਮੁੜ ਕੇ ਦੁਬਾਰਾ ਕਰਨ ਲੱਗ ਜਾਂਦਾ ਸੀ। ਡਾਕਟਰ ਸਾਹਿਬਾਨ ਥੱਕ ਗਏ ਦਵਾਈਆਂ ਦਿੰਦੇ, ਅੱਧ ਵਿਚਾਲਿਓ ਇਲਾਜ ਛੱਡ ਕੇ ਦੌੜ ਜਾਂਦਾ ਸੀ। ਹੁਣ ਗੁਰੂ ਨੇ ਇਲਾਜ ਸ਼ੁਰੂ ਕਰ ਦਿੱਤਾ। ਡਿਵਾਈਨ ਮੈਡੀਸਨ ਮਿਲ ਗਈ, ਕਰਮ ਬਦਲ ਗਏ। ਤਾਂ ਜਿਹੜੇ ਬਕਾਰ ਕਰਦਾ ਸੀ, ਮੰਦੇ ਕੰਮ ਕਰਦਾ ਸੀ, ਭੈੜੀ ਸੁਸਾਇਟੀ ਦੇ ਵਿੱਚ ਜਾਂਦਾ ਸੀ, ਉਹਨਾਂ ਤੋਂ ਦੂਰੀ ਬਣਾ ਲਈ ਤੇ ਪ੍ਰਭੂ ਨੂੰ ਪਾ ਲਿਆ। ਨਿਹਾਲ ਹੋ ਗਿਆ, ਬੰਧਨ ਕੱਟੇ ਗਏ, ਬਕਾਰ ਕਿਤੇ ਚਲੇ ਗਏ, ਸੱਚੇ ਦਾ ਸੱਚਾ ਬਣ ਗਿਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਗੁਰੂ ਪਿਆਰਿਓ, ਧਨ ਧਨ ਲਫ਼ਜ਼ ਹੈ। ਤੁਸੀਂ ਧਨ ਹੋ, ਭਾਵ ਤੁਸੀਂ ਮਹਾਨ ਹੋ, ਚੰਗੇ ਕੰਮ ਕਰਦੇ ਹੋ, ਤੁਹਾਡੀ ਸੋਭਾ ਹੈ, ਤੁਹਾਡੇ ਕੋਲ ਬਹੁਤ ਧਨ ਹੈ, ਤੁਸੀਂ ਅਮੀਰ ਹੋ, ਤੁਹਾਡੀ ਗੱਲ ਦੁਨੀਆ ਸੁਣਦੀ ਹੈ। ਤੁਸੀਂ ਚਾਹੇ ਬੋਲਦੇ ਹੀ ਰਹੋ, ਦੁਨੀਆ ਚੁੱਪ-ਚਾਪ ਹੰਗਾਰਾ ਭਰਦੀ ਹੈ। ਧਨ ਲਫ਼ਜ਼ ਮਹਾਨ ਹੈ। ਮਾਇਆ ਵਾਲਾ ਧਨ ਪਦਾਰਥ ਦਾ, ਪੈਸੇ ਦਾ, ਸੇਮ ਨੇਮ, ਸੇਮ ਅੱਖਰ, ਪ੍ਰਭੂ ਦਾ ਧਨ ਸਬਰ ਦਾ, ਸੰਤੋਖ ਦਾ। ਇੱਕ ਪਾਸੇ ਕੋਧਰੇ ਦੀ ਰੋਟੀ ਹੈ, ਦੂਜੇ ਪਾਸੇ ਮਾਲ ਪੂੜੇ ਪਕਵਾਨ ਹਨ। ਦੋਨਾਂ ਦਾ ਨਾਂ ਭੋਜਨ ਹੀ ਹੈ। ਸੱਚੇ ਪਾਤਸ਼ਾਹ ਮਿਹਰ ਕਰਦੇ ਹਨ ਕਿ ਸਤਿਗੁਰੂ ਸਬਰ, ਸੰਤੋਖ, ਸ਼ਾਂਤੀ ਬਖਸ਼ਦਾ ਹੈ। ਦੋਨਾਂ ਲੋਕਾਂ ਦੇ ਵਿੱਚ ਪ੍ਰਾਣੀ ਨੂੰ ਆਜ਼ਾਦ ਕਰ ਦਿੰਦਾ ਹੈ। ਮਾਇਆ ਨੂੜਦੀ ਹੈ, ਕੁਕਰਮ ਕਰਵਾਉਂਦੀ ਹੈ, ਤੇ ਫਿਰ ਉਹਦੀ ਜ਼ਰੂਰਤ ਬਣ ਜਾਂਦੀ ਹੈ ਧਰਤੀ ਉੱਤੇ ਦੁਬਾਰਾ ਜੀਵਨ ਪ੍ਰਾਪਤ ਕਰਨ ਦੀ, ਤਾਂ ਕਿ ਸਜ਼ਾ ਪੂਰੀ ਕਰ ਸਕੇ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਜਦੋਂ ਸਿੱਖ ਪਿਆਰਿਆਂ ਨੂੰ ਮਿਲਦਾ ਹੈ, ਉਹਨਾਂ ਦੀ ਆਰਾਧਨਾ, ਉਹਨਾਂ ਦੀ ਸਾਧਨਾ ਦੇ ਨਾਲ ਉਹਦੇ ਪਾਪਾਂ ਦੇ ਬੰਧਨ ਕੱਟੇ ਜਾਂਦੇ ਹਨ। ਉਹਦੀ ਜ਼ਿੰਦਗੀ ਬਦਲ ਜਾਂਦੀ ਹੈ। ਉਹ ਭਾਗਾਂ ਵਾਲਾ ਬਣ ਜਾਂਦਾ ਹੈ ਜਦੋਂ ਪ੍ਰਮਾਤਮਾ ਬਖਸ਼ਿਸ਼ ਨਾਲ ਉਹਨੂੰ ਨਾਮ ਧਨ ਦੇ ਦਿੰਦਾ ਹੈ। ਸਤਿਗੁਰੂ ਸਿੱਖ ਕਾ ਹਾਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ। ਹਾਲਤ ਪਲਤ, ਹਾਲਤ ਇੱਥੇ ਵਾਲਾ ਜਿੱਥੇ ਅਸੀਂ ਸਾਰੇ ਟਿਕੇ ਹੋਏ ਹਨ, ਪਲਤ ਪਰਲੋਕ, ਜਿਹੜਾ ਜਹਾਨ ਅਸੀਂ ਛੱਡਿਆ ਹੈ, ਜਿੱਥੋਂ ਅਸੀਂ ਧਰਤੀ 'ਤੇ ਆਏ ਹਾਂ ਤੇ ਜਿੱਥੇ ਅਸੀਂ ਜਾਣਾ ਹੈ, ਉਹ ਪਲਤ ਹੈ। ਮਾਇਆ ਪ੍ਰਾਣੀ ਨੂੰ
ਹਾਲਤ ਦੇ ਵਿੱਚ ਹਲਕਾ ਦਿੰਦੀ ਹੈ, ਫਸਾ ਲੈਂਦੀ ਹੈ, ਕਿਉਂਕਿ ਪਲਤ ਦੇ ਵਿੱਚ ਉਹਦੀ ਚੱਲਦੀ ਨਹੀਂ ਹੈ। ਉਹਦੀ ਜਿਹੜੀ ਕੰਟਰੋਲ ਰੇਖਾ ਹੈ ਉਹ ਮੁੱਕ ਜਾਂਦੀ ਹੈ, ਉੱਥੇ ਉਹਦੀ ਕੋਈ ਸੁਣਦਾ ਵੀ ਨਹੀਂ, ਕਿਉਂਕਿ ਹਾਲਤ ਦੀ ਮਾਲਕ ਹੈ। ਇਸ ਕਰਕੇ ਸੰਗਲਾਂ ਦੇ ਨਾਲ ਬੰਨ੍ਹ ਲੈਂਦੀ ਹੈ ਭੋਲੇ ਪ੍ਰਾਣੀ ਨੂੰ। ਪ੍ਰਭੂ ਦਿਆਲ ਹੋ ਕੇ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ, ਜੀ ਨਾਲ ਸਮਾਰੈ। ਗੁਰੂ ਪਿਆਰਿਓ, ਜਦੋਂ ਗੁਰੂ ਸ਼ਿਸ਼ ਨੂੰ ਟ੍ਰੇਨਿੰਗ ਦਿੰਦਾ ਹੈ, ਨਾਮ ਵੰਡਣ ਦੀ ਸਿੱਖਿਆ ਪ੍ਰਦਾਨ ਕਰਦਾ ਹੈ, ਤਾਂ ਜ਼ਿੰਦਗੀ ਮੌਤ ਵਾਲੀ ਲੜਾਈ ਦੇ ਨਾਲ ਉਹਨੂੰ ਡਿਸਿਪਲਿਨ ਸਿਖਾਉਂਦਾ ਹੈ, ਪੂਰੇ ਦਾ ਪੂਰਾ। ਕਹਿੰਦੇ ਹਨ ਇੱਕ ਵਾਰ ਮਹਾਤਮਾ ਬੁੱਧ ਦਾ ਸ਼ਿਸ਼ ਪੂਰਨ, ਨਾਮ ਹੀ ਪੂਰਨ ਸੀ, ਤੇ ਪੂਰਨ ਤੌਰ 'ਤੇ ਸਿੱਖ ਗਿਆ। ਕਹਾਣੀ ਹੈ, ਇਤਿਹਾਸ ਵਿੱਚੋਂ ਆਈ ਹੈ, ਜ਼ਰੂਰੀ ਹੈ ਇਤਿਹਾਸ ਨੇ ਅਸਰ ਕੀਤਾ ਹੋਵੇਗਾ। ਤੇ ਮਹਾਤਮਾ ਬੁੱਧ ਨੂੰ ਵਧਾਈ ਦੇ ਕੇ ਜਾਣ ਲੱਗਿਆ ਕਿ ਜੀ ਮੈਂ ਕਈ ਦਿਨਾਂ ਦਾ ਸੋਚਦਾ ਹਾਂ ਇੱਥੋਂ ਜਾਣ ਦੇ ਲਈ। ਬੁੱਧ ਨੇ ਮੁਸਕਰਾ ਕੇ ਕਿਹਾ ਕਿ ਤੁਹਾਡਾ ਹੁਣ ਇੱਥੇ ਕੰਮ ਵੀ ਕੋਈ ਨਹੀਂ ਹੈ, ਜਾਓ ਸੇਵਾ ਕਰੋ। ਜਿਸ ਪਿੰਡ ਦਾ ਪੂਰਨ ਨੇ ਨਾਂ ਲਿਆ, ਮਹਾਤਮਾ ਬੁੱਧ ਹੈਰਾਨ ਹੋ ਗਿਆ ਕਿ ਉੱਥੇ ਕਿਸੇ ਪ੍ਰਚਾਰਕ ਨੂੰ ਵੜਨ ਨਹੀਂ ਦਿੰਦੇ। ਅੜਬ ਸੁਭਾਅ ਦੇ ਲੋਕ ਹਨ, ਗਲ ਪੈ ਜਾਂਦੇ ਹਨ। ਬਹੁਤ ਸਾਰੇ ਪ੍ਰਚਾਰਕ ਮਾਰ ਮੁਕਾਏ ਗਏ। ਪੂਰਨ ਮੇਰਾ ਪਿਆਰਾ ਹੈ। ਪੂਰਨ ਤੈਂ ਉਸ ਪਿੰਡ ਨੂੰ ਕਿਉਂ ਚੁਣਿਆ? ਲੋਕ ਚੰਗੇ ਨਹੀਂ, ਜੇ ਤੇਰੇ ਗਲ ਪੈ ਗਏ ਫੇਰ ਪ੍ਰਭੂ ਮੈਂ ਸਿਰ ਝੁਕਾ ਦੇਵਾਂਗਾ ਤੇ ਉਹਨਾਂ ਦੀਆਂ ਗਾਲਾਂ ਸੁਣ ਲਵਾਂਗਾ, ਫਿਰ ਵੀ ਮਿੱਠਾ ਬੋਲਾਂਗਾ। ਪੂਰਨ ਜੇ ਉਹ ਸਰੀਰਕ ਤੌਰ 'ਤੇ ਤੇਰੇ ਗਲ ਪੈ ਗਏ, ਤੈਨੂੰ ਮਾਰਿਆ ਕੁੱਟਿਆ, ਫਿਰ ਗਿਆਨਵਾਨ ਮੈਂ ਫਿਰ ਵੀ ਕੁਝ ਨਹੀਂ ਕਰਾਂਗਾ, ਸੱਟਾਂ ਖਾ ਲਵਾਂਗਾ, ਫਿਰ ਵੀ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਮੈਨੂੰ ਆਪਣਾ ਗੁੱਸਾ ਬਖਸ਼ਿਆ ਹੈ। ਪੂਰਨ ਉਹ ਲੋਕ ਮਾਰ ਵੀ ਦਿੰਦੇ ਹਨ, ਜੇ ਤੈਨੂੰ ਮਾਰ ਹੀ ਦਿੱਤਾ ਫੇਰ? ਪੂਰਨ ਨਿਮਰਤਾ ਦੇ ਨਾਲ ਬੋਲਿਆ, ਮੇਰੇ ਗੁਰੂ ਜੀ, ਜੇ ਉਹਨਾਂ ਦੇ ਹੱਥੋਂ ਮਰ ਗਿਆ ਸੱਚ ਨੂੰ ਵੰਡਦਾ, ਤਾਂ ਸੁਭਾਵਕ ਮੇਰੀ ਮੌਤ ਹੈ ਜਿਹੜੀ, ਮੈਨੂੰ ਰਾਸ ਆ ਜਾਵੇਗੀ, ਪ੍ਰੀਤਮ ਪਿਆਰੇ ਦੇ ਚਰਨਾਂ ਦੇ ਵਿੱਚ ਜਗ੍ਹਾ ਮਿਲ ਜਾਵੇਗੀ। ਬੁੱਧ ਅਤੀ ਪ੍ਰਸੰਨ ਹੋਇਆ ਪੂਰਨ ਦੇ ਉੱਤੇ ਤੇ ਆਸੀਸ ਦਿੱਤੀ ਕਿ ਸੱਚਮੁੱਚ ਤੇਰਾ ਨਾਂ ਪੂਰਨ ਤੇ ਤੂੰ ਪੂਰਨ ਹੈ, ਜਾਂ ਮੈਨੂੰ ਕੋਈ ਵੀ ਫਿਕਰ ਨਹੀਂ ਤੇਰਾ, ਤੂੰ ਮਨ ਜਿੱਤ ਸਕਦਾ ਹੈ, ਤੇਰੇ ਅੱਗੇ ਕੋਈ ਵੀ ਕੌਡਾ ਜਾਂ ਸੱਜਣ ਨਹੀਂ ਟਿਕ ਸਕਦਾ, ਤੂੰ ਪਿਆਰਾ ਹੈ। ਨਾਨਕ ਨੇ ਮਿਠਾਸ ਵੰਡੀ ਹੈ ਕੌਡਿਆਂ ਤੇ ਸੱਜਣਾਂ ਦੇ ਅੱਗੇ, ਵਿਚਾਰ ਸਮਝਾਇਆ ਹੈ। ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਅੱਜ ਵੀ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਉਹੀ ਪ੍ਰਚਾਰ ਵੰਡ ਰਹੇ ਹਨ। ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਵਾਰੇ। ਪੂਰੇ ਦਿਲੋਂ ਗੁਰੂ ਨੇ ਆਪਣੇ ਸਿੱਖ ਨੂੰ ਸਮਝਾਇਆ
सेवा दे लई लगाया। गुरु प्यारिओ, ये जुगत है, एक विधि है, एक तरीका है। जिन्हें समझ लिया, अपना लिया, वो जी जागदे मोक्ष का प्यारा बन गया। गुरु प्यारिओ, आपां इसे श्लोक ते इसे पद नूं अंग्रेजी दे विच विचारीए। श्लोक, सतपुरख जिन जानिया, सतगुर तिसका नाओ, तिसकै संग सिख उधरै, नानक हर गुण गाओ। He who has realized the true Lord is called the true Guru. In his association, his disciple is saved by singing God's praise, O Nanak. अष्टपदी, सतगुर सिख की करे प्रितपाल। The true Guru take care of his disciple, cherishes his disciple. सेवक को गुर सदा दयाल, always he is happy on his attendant. He is delighted on his slave. Master is in very comfortable position because slave is working hard. Always merciful on him. Always a bundle of blessings for him. सिख की गुर दुर्मत मल हिरै, गुर बचनी हर नाम उच्चरै। The Guru washes off the filth of the evil intellect of his disciple. Under Guru's instruction, he repeats the name of God. All the filth, nidya, chugli, back talk, flattering is gone, because God gave holy soap to clean his mind. Name, pure, perfect medicine. सतगुर सिख के बंधन काटै, गुर का सिख बकार ते हाटै। The true Guru cuts off the fetters of his disciple. The Guru's disciple go away from evils, recoils from evil deeds. सतगुर सिख को नाम धन दे, गुर का सिख बड़भागी है। To his disciple, the true Guru gives wealth of God's name. Not wealth of Padarth, material. Not wealth of I-ness, we-ness, you-ness. Not Maya, not material, not land. Name, humbleness, kindness, politeness. That's the name. Wealth of a name is given by Guru to the Sikh. Gur ka Sikh badbhagi hai. Very fortunate, lucky one is the disciple of the Guru. His fortune is awoke up. His mission is accomplished. Guru bless him too much. गुरु प्यारिओ, सच्चे पातशाह धन धन गुरु नानक देव जी की फिलॉसफी, स्पिरिचुअल टैक्नोलॉजी कोई भी विचोले बारे जिक्र नहीं करती। गुरु
ਕੁਝ ਲੈਂਦਾ ਨਹੀਂ ਹੈ, ਵੰਡਦਾ ਹੈ। ਗੁਰੂ ਮਿਡਲਮੈਨ ਨਹੀਂ ਹੈ, ਗੁਰੂ ਬਖਸ਼ੰਦ ਦਾ ਅੰਬੈਸਡਰ ਹੈ, ਆਪਣੇ ਸ਼ਿਸ਼ ਦਾ ਪਿਆਰਾ ਹੈ। He is not paid neither by Lord nor by his student। ਜਿੰਨੀਆਂ ਵੀ ਦੁਨੀਆ ਦੀਆਂ ਯੂਨੀਵਰਸਿਟੀਜ਼ ਹਨ, ਵਿਦਿਆਲੇ ਹਨ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਮਾਇਆ ਦੇ ਨਾਲ ਚੱਲਦੇ ਹਨ, ਅਤੇ ਮਾਇਆ ਜਾਂ ਲੋਕਾਂ ਦੀ ਸਮੂਹਕ ਤੌਰ 'ਤੇ ਜਾਂ ਕੁਝ ਪ੍ਰਾਣੀਆਂ ਦੀ ਵਾਸ਼ੀ ਕਿਤੋਂ ਨਾ ਕਿਤੋਂ ਆਉਂਦੀ ਹੈ। ਪਰ ਗੁਰੂ ਦਾ ਸਕੂਲ ਹੈ ਜਿਹੜਾ, ਉਹ ਕਿਸੇ ਪ੍ਰਾਣੀ ਤੋਂ ਫੀਸ ਨਹੀਂ ਲੈਂਦਾ, ਟੋਟਲੀ ਫ੍ਰੀ ਸੇਵਾ ਨਾਲ ਚੱਲਦਾ ਹੈ। ਸੱਚੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ ਆਪਣੇ ਸਿੱਖਾਂ ਉੱਤੇ ਕਿ ਧਰਮ ਵਪਾਰ ਨਹੀਂ ਹੈ। ਧਰਮ ਇੱਕ ਕਿਰਿਆ ਹੈ ਡਿਵਾਈਨ ਹੋਲੀ, ਜਿਹਦੇ ਨਾਲ ਪ੍ਰਾਣੀ ਬੇਚੈਨੀ ਤੋਂ ਆਨੰਦ ਤੱਕ ਪਹੁੰਚਦਾ ਹੈ, ਆਪਣੀ ਕੋਸ਼ਿਸ਼ ਨਾਲ, ਗੁਰੂ ਦੀ ਕਿਰਪਾ ਨਾਲ। ਨੋ ਮਿਡਲਮੈਨ। ਅੱਜ ਦੇ ਯੁੱਗ ਦੇ ਵਿੱਚ ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ। ਕੰਪਿਊਟਰ, ਸੈੱਲਫੋਨ, ਇੰਟਰਨੈਟ, ਗੁਰੂ ਦਾ ਨਾਮ ਹਰ ਥਾਂ ਉੱਤੇ ਹਰ ਸਮੇਂ ਲਿਆ ਜਾ ਸਕਦਾ ਹੈ, ਬਿਨਾਂ ਕਿਸੇ ਔਖ ਤੋਂ। ਪਹਿਲਾਂ ਔਖ ਹੁੰਦੀ ਹੈ, ਆਦਤ ਬਣ ਜਾਂਦੀ ਹੈ। ਫਿਰ ਉਸ ਛਿਨ ਉਸ ਪਲ ਲਈ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾ ਰਹੇ ਹਨ ਕਿ ਚੇਂਜ ਯੂਅਰ ਹੈਬਿਟਸ, ਗੁਰੂ ਇਜ਼ ਵੇਟਿੰਗ ਫਾਰ ਯੂ। ਗੁਰੂ ਤੇਰੀ ਮਿਹਰ ਤੇਰੇ ਉੱਤੋਂ ਬਾਰਨ ਦੇ ਲਈ ਆਪਣੀ ਬਲੈਸਿੰਗ ਸਾਂਭੀ ਬੈਠਾ ਹੈ। ਪਿਆਰਿਆ, ਤੂੰ ਉਹਨੂੰ ਜਾਣ ਲੈ, ਉਹਨੂੰ ਪਹਿਚਾਣ ਲੈ ਅਤੇ ਉਹਦੇ ਗੀਤ ਗਾ ਲੈ। ਉਹ ਤੇਰੀ ਪ੍ਰੋਟੈਕਸ਼ਨ ਬਣ ਜਾਵੇਗਾ, ਦਿਆਲੂ ਕਿਰਪਾਲੂ ਹਮੇਸ਼ਾ ਦੇ ਲਈ ਤੇਰੀ ਢਾਲ ਬਣ ਜਾਵੇਗਾ, ਡਰ ਤੇਰਾ ਚੁੱਕਿਆ ਜਾਵੇਗਾ। ਟਰੂ ਸੇਵਕ, ਮਾਸਟਰ ਦਾ ਦਾਸ, ਕੀ ਲੈਣਾ ਖੁਦਾਈ ਤੋਂ? ਗੁਰੂ ਦੀ ਮਿਹਰ ਵੱਲ ਧਿਆਨ ਕਰ। ਮਨ ਪੱਕੀ ਮੈਲ ਲੱਗੀ ਹੋਈ ਹੈ ਤੇਰੇ ਮਨ ਨੂੰ, ਬਖਸ਼ੰਦ ਪਿਤਾ ਸਾਫ਼ ਕਰਨ ਦੇ ਲਈ ਤੇਰੇ ਉੱਤੇ ਮਿਹਰਬਾਨ ਹੈ। ਨਾਮ ਧਨ ਦੇਣਾ ਉਹਦੀ ਕਿਰਪਾ ਹੈ। ਤੂੰ ਉਹਦੇ ਸ਼ਬਦ ਨੂੰ ਗਾ, ਉਹਦੇ ਬਚਨਾਂ ਉੱਤੇ ਫੁੱਲ ਚੜ੍ਹਾ। ਜਿਹੜੀਆਂ ਮਾਇਆ ਨੇ ਪਾਈਆਂ ਨੇ ਆਦਤਾਂ, ਭੋਲਿਆ ਉਹਨਾਂ ਤੋਂ ਲੈ ਛੁਟਕਾਰਾ। ਬਕਾਰਾਂ ਨੂੰ ਛੱਡ ਦੇ, ਭਾਗਾਂ ਵਾਲਾ ਬਣ ਜਾ। ਇਸ ਯੁੱਗ ਦੇ ਵਿੱਚ, ਇਸ ਜਨਮ ਦੇ ਵਿੱਚ ਵੀ ਅਤੇ ਅਗਲੇ ਜਨਮ ਦੇ ਵਿੱਚ ਵੀ ਤੇਰਾ ਭਵਿੱਖ ਸੁਨਹਿਰੀ ਹੈ, ਕਿਉਂਕਿ ਸਤਿਗੁਰੂ ਤੇਰੇ ਉੱਤੇ ਮਿਹਰਬਾਨ ਹੈ, ਪੂਰੇ ਪਿਆਰ ਦਾ ਤੇਰਾ ਧਿਆਨ ਰੱਖਦਾ ਹੈ। ਜਦ ਤੇਰੇ ਉੱਤੇ ਸੁਆਮੀ ਦਾ ਹੱਥ ਹੈ, ਫਿਰ ਡਰ ਕਾਹਦਾ? ਗੁਰੂ ਪਿਆਰਿਓ, ਅੱਜ ਇੰਨਾ ਹੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।